ਅੱਜ ਦਾ ਦਿਨ ਬਹੁਜਨ ਸਮਾਜ ਜਾਂ ਕਹਿ ਲਓ ਕਿ ਪਛੜੀਆਂ ਸ਼੍ਰੇਣੀਆਂ ਜਾਂ ਦਲਿਤ ਸ਼੍ਰੇਣੀਆਂ ਜਾਂ ਭਾਰਤੀ ਨਾਰੀ ਦੇ ਲਈ ਬਹੁਤ ਹੀ ਮਹੱਤਵਪੂਰਨ ਦਿਨ ਗਿਣਿਆ ਜਾ ਰਿਹਾ ਹੈ, ਕਿਉਂਕਿ ਅੱਜ ਦੇ ਦਿਨ ਇਹਨਾਂ ਲੋਕਾਂ ਦੇ ਜਿਹੜੇ ਬਣਦੇ ਹੱਕ ਸੀਗੇ ਉਹ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਉਹਨਾਂ ਨੂੰ ਸੰਵਿਧਾਨ ਲਿਖ ਕੇ ਉਹਦੇ ਵਿੱਚ ਇੱਕ ਇੱਕ ਕਾਲਮਬੱਧ ਕਰਕੇ ਉਹਨਾਂ ਨੂੰ ਪ੍ਰਦਾਨ ਕੀਤੇ, ਤਾਂ ਜੋ ਇਹ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਸਦੀਆਂ ਤੋਂ ਗੁਲਾਮੀ ਦੀਆਂ ਜੰਜੀਰਾਂ ਦੇ ਵਿੱਚ ਜਕੜੇ ਹੋਏ ਸੀ, ਆਪਣੇ ਹੱਕ ਲੈ ਸਕਣ, ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰ ਸਕਣ। ਉਹਨਾਂ ਨੇ ਭਾਰਤੀ ਸੰਵਿਧਾਨ ਦੇ ਵਿੱਚ ਉਹਨਾਂ ਨੂੰ ਸਾਰੇ ਹੱਕ ਲੈ ਕੇ ਦਿੱਤੇ ਤੇ ਅੱਜ ਦਾ ਇਹ ਦਿਨ ਪੂਰੀ ਦੁਨੀਆ ਦੇ ਵਿੱਚ ਉਹਨਾਂ ਨੂੰ ਜਨਮ ਦਿਵਸ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ। ਤੇ ਸਾਡੇ ਵੱਲੋਂ ਵੀ, ਪੰਜਾਬੀ ਸਾਂਝ ਟੀਵੀ ਵੱਲੋਂ ਵੀ ਉਹਨਾਂ ਦੇ ਜਨਮ ਦਿਵਸ ਉੱਪਰ ਪੂਰੀ ਦੁਨੀਆ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਵਸ ਤੇ ਸਾਡੀ ਟੀਮ ਦੇ ਨਾਲ ਵੱਖ-ਵੱਖ ਦੇਸ਼ਾਂ ਤੋਂ ਜੋ ਬਹੁਜਨ ਚਿੰਤਕ ਹਨ ਜਾਂ ਜਿਹੜੇ ਬਹੁਜਨ ਸਮਾਜ ਦੀ ਗੱਲ ਕਰਦੇ ਹਨ, ਜੋ ਪਛੜੀਆਂ ਸ਼੍ਰੇਣੀਆਂ ਦੀ ਗੱਲ ਕਰਦੇ ਹਨ, ਜੋ ਹਮੇਸ਼ਾ ਅਗਾਂਹ ਵਧੂ ਸੋਚ ਲੈ ਕੇ ਅੱਗੇ ਤੁਰਦੇ ਹਨ, ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ, ਜਿਨ੍ਹਾਂ ਦੇ ਵਿੱਚ ਵੱਖ-ਵੱਖ ਦੇਸ਼ਾਂ ਤੋਂ ਬੀਬੀਆਂ ਨੇ ਵੀ ਸਾਡੇ ਨਾਲ ਗੱਲ ਕੀਤੀ ਹੈ, ਜਿਨ੍ਹਾਂ ਦੇ ਵਿੱਚ ਕੈਨੇਡਾ ਤੋਂ ਹਰਮੇਸ਼, ਜਰਮਨ ਤੋਂ ਜਿਵੇਂ ਊਸ਼ਾ ਰਾਣੀ ਜੀ, ਉਹਨਾਂ ਤੋਂ ਇਲਾਵਾ ਏਕਤਾ ਅੰਬੇਡਕਰ ਜੀ, ਅਮਨਦੀਪ ਜੀ ਅਤੇ ਹੋਰ ਵੀ ਬਹੁਤ ਸਾਰੇ ਸਾਥੀਆਂ ਨੇ ਸਾਡੇ ਨਾਲ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਵਸ ਦੇ ਉੱਤੇ ਆਪਣੇ ਵਿਚਾਰ ਸਾਂਝੇ ਕੀਤੇ ਆ ਤੇ ਉਹਨਾਂ ਨੂੰ ਸ਼ੁਭ ਕਾਮਨਾਵਾਂ ਭੇਟ ਕੀਤੇ ਤੇ ਲੱਖ ਲੱਖ ਵਧਾਈ ਦਿੱਤੀ ਹੈ। ਤੇ ਆਓ ਤੁਹਾਨੂੰ ਦਿਖਾਉਂਦੇ ਹਾਂ ਪੰਜਾਬੀ ਸਾਂਝ ਦੀ ਇੱਕ ਖਾਸ ਰਿਪੋਰਟ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਵਸ ਦੇ ਉੱਪਰ। ਭਾਰਤੀ ਸੰਵਿਧਾਨ ਦੇ ਪਿਤਾਮਾ ਤੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਵਸ ਉੱਪਰ ਸਾਰੀ ਲੋਕਾਈ ਨੂੰ ਬਹੁਤ ਬਹੁਤ ਮੁਬਾਰਕਬਾਦ। ਡਾਕਟਰ ਅੰਬੇਦਕਰ ਜੀ ਮਨੁਵਾਦੀ ਸੋਚ ਦੇ ਵਿੱਚ ਵਿਚਰਦਿਆਂ ਹੋਇਆਂ ਉਚੇਰੀ ਵਿੱਦਿਆ ਹਾਸਲ ਕਰਨੀ ਤੇ ਦੁਨੀਆ ਦੇ ਵਿਦਵਾਨਾਂ ਦੇ ਵਿੱਚ ਆਪਣਾ ਨਾਮ ਸ਼ੁਮਾਰ ਕਰਾਉਣਾ ਬਹੁਤ ਵੱਡੀ ਮਿਸਾਲ ਆ ਤੇ ਸਾਡੇ ਲਈ ਬਹੁਤ ਵੱਡੀ ਪ੍ਰੇਰਨਾ ਆ। ਜੇ ਅਸੀਂ ਉਹਨਾਂ ਦੀ ਆਟੋਬਾਇਓਗ੍ਰਾਫੀ ਵਿਜ਼ਿਟਿੰਗ ਫਾਰ ਵੀਜ਼ਾ ਨੂੰ ਕੋਖੀਏ ਤਾਂ ਵੀ ਸਾਨੂੰ ਪਤਾ ਲੱਗਦਾ ਆ ਕਿ ਸੋ ਕਾਲਡ ਨੀਵੀਂ ਜਾਤੀ ਦੇ ਵਿੱਚ ਪੈਦਾ ਹੋ ਕੇ ਜਿੰਨੀ ਮਰਜ਼ੀ ਅਸੀਂ ਵਿੱਦਿਆ ਹਾਸਲ ਕਰ ਲਈਏ, ਪਰ ਬਹੁਤ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਆ। ਬ੍ਰਾਹਮਣਵਾਦੀ ਸੋਚ ਵਾਲੇ ਲੀਡਰਾਂ ਦੇ ਵਿੱਚ ਰਹਿੰਦੇ ਹੋਏ ਬਾਬਾ ਸਾਹਿਬ ਆਪਣੇ ਸਮਾਜ ਦੇ ਲਈ ਉਹਨਾਂ ਨੇ ਡਟ ਕੇ ਹੱਕਾਂ ਦੀ ਲੜਾਈ ਲਈ ਲੜੇ। ਉਹਨਾਂ ਦੇ ਸਬਰ ਤੇ ਸਿਦਕ ਨੇ ਉਹਨਾਂ ਨੂੰ ਜਿੱਤ ਦਿਵਾਈ, ਜਿਹੜੀ ਕਿ ਸਾਡੇ ਲਈ ਕਦੇ ਵੀ ਨਾ ਭੁੱਲਣਯੋਗ ਹੈ। ਉਸ ਦੇ ਸਦਕਾ ਹੀ ਅਸੀਂ ਅੱਜ ਦੀ ਜ਼ਿੰਦਗੀ ਦੇ ਵਿੱਚ ਜੋ ਸੁੱਖ ਸੁਵਿਧਾ ਮਾਣ ਰਹੇ ਹਾਂ, ਉਹਨਾਂ ਦੀ ਬਦੌਲਤ ਹੈ। ਇੱਕ ਗੱਲ ਦੇਖਣ ਵਿੱਚ ਆਉਂਦੀ ਆ ਕਿ ਕਾਨੂੰਨ ਦੇ ਵਿੱਚ ਤਾਂ ਸਮਾਜਿਕ ਬਰਾਬਰੀ ਮਿਲ ਗਈ, ਪਰ ਸਮਾਜ ਦੇ ਵਿੱਚ ਕਿਤੇ ਨਾ ਕਿਤੇ ਇਹ ਘਾਟ ਅਜੇ ਵੀ ਰੜਕਦੀ ਆ। ਸਾਨੂੰ ਲੋੜ ਆ ਅਸੀਂ ਆਉਣ ਵਾਲੀ ਆਪਣੀ ਨਵੀਂ ਜਨਰੇਸ਼ਨ ਨੂੰ ਉਹਨਾਂ ਦੇ ਮਹਾਨ ਕ੍ਰਾਂਤੀਕਾਰੀ ਵਿਚਾਰਾਂ ਤੋਂ ਜਾਣੂ ਕਰਵਾਈਏ ਤੇ ਮਾਨਵਤਾ ਦੇ ਸੰਦੇਸ਼ ਨੂੰ ਸਾਰੀ ਦੁਨੀਆ ਦੇ ਵਿੱਚ ਫੈਲਾਈਏ। ਮਾਨਵਤਾ ਦਾ ਧਰਮ ਹੀ ਸਭ ਤੋਂ ਉੱਚਾ ਧਰਮ ਹੈ। ਜੈ ਭੀਮ, ਜੈ ਭਾਰਤ, ਸਤਿ ਸ਼੍ਰੀ ਅਕਾਲ। ਅੱਜ ਭਾਰਤੀ ਸੰਵਿਧਾਨ ਦੇ ਨਿਰਮਾਤਾ, ਭਾਰਤੀ ਔਰਤ ਦੇ ਸਰਤਾਜ, ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ 130ਵੇਂ ਜਨਮ ਦਿਨ ਤੇ ਮੈਂ ਦੇਸ਼ ਰਾਜ ਜਰਮਨੀ ਆਪਣੇ ਵੱਲੋਂ ਔਰ ਆਪਣੇ ਪਰਿਵਾਰ ਵੱਲੋਂ ਸਾਰੇ ਭਾਰਤ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਦਿੰਦਾ ਜੀ। ਔਰ ਨਾਲ ਹੀ ਇੱਕ ਅਪੀਲ ਕਰਦੇ ਹਾਂ ਕਿ ਜੋ ਬਾਬਾ ਸਾਹਿਬ ਨੇ ਆਪਣੀ ਸਾਰੀ ਜ਼ਿੰਦਗੀ ਦੇ ਵਿੱਚ ਸੰਘਰਸ਼ ਕਰਕੇ ਜੋ ਸਾਨੂੰ ਇੱਕ ਭਾਰਤ ਦਾ ਵਡਮੁੱਲਾ ਸੰਵਿਧਾਨ, ਜੋ ਇੱਕ ਪਵਿੱਤਰ ਗ੍ਰੰਥ ਸਾਨੂੰ ਦਿੱਤਾ ਹੈ, ਜਿਹਦੇ ਵਿੱਚ ਸਾਨੂੰ ਆਪਣੇ ਹੱਕ ਹਕੂਕ ਲੈ ਕੇ ਦਿੱਤੇ ਆ, ਉਸ ਹੱਕਾਂ ਦੇ ਸਦਕਾ, ਉਸ ਸੰਵਿਧਾਨ ਦੇ ਸਦਕਾ ਅਸੀਂ ਆਪਣੀ ਅੱਛੀ ਜ਼ਿੰਦਗੀ ਜੀ ਰਹੇ ਹਾਂ। ਤਾਂ ਉਸ ਸੰਵਿਧਾਨ ਨੂੰ ਬਚਾਉਣ ਲਈ ਸਾਰੇ ਭਾਰਤ ਵਾਸੀਆਂ ਨੂੰ ਫਿਰ ਇੱਕ ਵਾਰ ਅਸੀਂ ਅਪੀਲ ਕਰਦੇ ਹਾਂ ਕਿ ਉਸ ਨੂੰ ਬਚਾਉਣ ਲਈ ਇਕੱਤਰ ਹੋ ਕੇ ਇਹ ਜੋ ਮਨੂਵਾਦੀ ਸਰਕਾਰਾਂ ਆ, ਇਹਨਾਂ ਨੂੰ ਬਦਲ ਕੇ ਆਪਣਾ ਰਾਜ ਲੈ ਕੇ ਆਈਏ। ਸੋ ਜੋ ਮੰਚ ਸਾਨੂੰ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨੇ ਦਿੱਤਾ ਆ, ਬਹੁਜਨ ਸਮਾਜ ਪਾਰਟੀ, ਉਹਨੂੰ ਕਾਮਯਾਬ ਕਰਕੇ ਆਪਣੇ ਹੱਕਾਂ ਦਾ ਅਸੀਂ ਹੱਕਾਂ ਦੀ ਰਾਖੀ ਕਰ ਸਕੀਏ। ਸੋ ਇੰਨਾ ਹੀ ਕਹਿੰਦਾ ਹੋਇਆ, ਜੈ ਭੀਮ, ਜੈ ਭਾਰਤ। ਧੰਨ ਭੀਮਾ ਧੰਨ ਤੇਰੀ ਧੰਨ ਦੀ ਕਮਾਈ ਵੇ,
ਆਪਣੀ ਗਵਾ ਕੇ ਵੇ ਤੂੰ ਲੱਖਾਂ ਦੀ ਬਣਾਈ ਵੇ, ਆਪਣੀ ਗਵਾ ਕੇ ਵੇ ਤੂੰ ਲੱਖਾਂ ਦੀ ਬਣਾਈ ਵੇ। ਭਾਰਤ ਦੇਸ਼ ਦੀ ਧਰਤੀ ਦੇ ਉੱਪਰ ਸਦੀਆਂ ਤੋਂ ਲਤਾੜੇ ਦੱਬੇ ਕੁਚਲੇ ਮਨੁੱਖਾਂ ਨੂੰ ਪੁਨਰ ਜੀਵਿਤ ਕਰਨ ਦੇ ਲਈ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਹੋਇਆ। ਉਹਨਾਂ ਦਾ ਜਨਮ 14 ਅਪ੍ਰੈਲ 1891 ਨੂੰ ਮਾਤਾ ਭੀਮਾ ਬਾਈ ਜੀ ਦੇ ਕੁੱਖੋਂ ਹੋਇਆ। ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਆਪਣੀ ਸਾਰੀ ਜ਼ਿੰਦਗੀ ਦੱਬੇ ਕੁਚਲੇ ਗਰੀਬ ਲੋਕਾਂ ਦੀ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੇ ਲਈ, ਉਹਨਾਂ ਦੀ ਜ਼ਿੰਦਗੀ ਨੂੰ ਖੁਸ਼ਹਾਲ ਕਰਨ ਦੇ ਲਈ, ਭਾਰਤ ਦੇਸ਼ ਨੂੰ ਇੱਕ ਸੋਹਣਾ ਦੇਸ਼ ਬਣਾਉਣ ਦੇ ਲਈ ਸਾਰੀ ਜ਼ਿੰਦਗੀ ਲਗਾ ਦਿੱਤੀ ਹੈ। ਇਸ ਲਈ ਅਸੀਂ ਭਾਰਤੀ ਲੋਕ ਹਮੇਸ਼ਾ ਹੀ ਉਹਨਾਂ ਦੇ ਕਰਜ਼ਦਾਰ ਰਹਾਂਗੇ। ਅਸੀਂ ਉਹਨਾਂ ਦਾ ਦਿੱਤਾ ਖਾ ਰਹੇ ਹਾਂ। ਆਓ ਮੇਰੇ ਭਾਰਤ ਵਾਸੀਓ, ਅਸੀਂ ਇਕੱਠੇ ਹੋ ਕੇ ਉਹਨਾਂ ਦਾ ਕਰਜ਼ ਜਾਂ ਜੋ ਉਹਨਾਂ ਦੇ ਕੀਤੇ ਹੋਏ ਕੰਮ ਹਨ ਉਹਨਾਂ ਨੂੰ ਸਮਝਦੇ ਹੋਏ ਉਹਨਾਂ ਦੀ ਕੁਰਬਾਨੀ ਦਾ ਮੁੱਲ ਮੋੜਨ ਦੀ ਕੋਸ਼ਿਸ਼ ਕਰੀਏ। ਬਾਬਾ ਸਾਹਿਬ ਜੀ ਦੇ 130ਵੇਂ ਜਨਮ ਦਿਨ 'ਤੇ ਮੈਂ ਊਸ਼ਾ ਰਾਜ ਜਰਮਨੀ ਤੋਂ ਆਪਣੇ ਪਰਿਵਾਰ ਵੱਲੋਂ ਪੂਰੀ ਮਨੁੱਖਤਾ ਨੂੰ ਬਹੁਤ-ਬਹੁਤ ਵਧਾਈਆਂ ਵੀ ਦਿੰਦੀ ਹਾਂ ਅਤੇ ਇਸ ਗੱਲ ਦਾ ਵੀ ਅਪੀਲ ਕਰਦੀ ਹਾਂ ਕਿ ਆਓ ਮੇਰੇ ਭਾਰਤ ਵਾਸੀਓ, ਬਾਬਾ ਸਾਹਿਬ ਜੀ ਦਾ ਦਿੱਤਾ ਹੋਇਆ ਨਾਅਰਾ ਪੜ੍ਹੋ, ਜੁੜੋ ਅਤੇ ਸੰਘਰਸ਼ ਕਰੋ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਦੁਆਰਾ ਦਿੱਤਾ ਗਿਆ ਸਾਡੇ ਲਈ ਇੱਕ ਬੜਮੁੱਲਾ ਗ੍ਰੰਥ ਜੋ ਭਾਰਤ ਦਾ ਸੰਵਿਧਾਨ ਹੈ, ਜੋ ਕਿ ਬਹੁਤ ਵਧੀਆ ਸੰਵਿਧਾਨ ਹੈ, ਜਿਸ ਦੇ ਵਿੱਚ ਸਾਡੀ ਜ਼ਿੰਦਗੀ ਹੈ, ਜਿਸ ਦੇ ਵਿੱਚ ਬਾਬਾ ਸਾਹਿਬ ਖੁਦ ਬੈਠੇ ਹਨ, ਉਸ ਦੀ ਸਾਂਭ ਸੰਭਾਲ ਲਈ, ਉਸ ਦੀ ਸੁਰੱਖਿਆ ਲਈ ਹਮੇਸ਼ਾ ਅੱਗੇ ਆਈਏ। ਮਨੂਵਾਦੀ ਸੋਚ ਦਾ ਅਸੀਂ ਕੰਡਮ, ਉਹਨਾਂ ਦੀ ਸੋਚ ਨੂੰ ਅਸੀਂ ਖਤਮ ਕਰਨਾ ਹੈ ਦੇਸ਼ ਦੇ ਵਿੱਚੋਂ। ਇਹ ਤਾਂ ਹੀ ਹੋਵੇਗਾ ਅਗਰ ਅਸੀਂ ਇਕੱਠੇ ਹੋ ਕੇ ਚੱਲਾਂਗੇ, ਇਕੱਠੇ ਹੋ ਕੇ ਬਹੁਜਨ ਸਮਾਜ ਪਾਰਟੀ ਦਾ ਸਾਥ ਦੇਣਾ ਹੈ, ਉਸ ਨੂੰ ਕਾਮਯਾਬ ਕਰਨਾ ਹੈ, ਪੂਰੇ ਦੇਸ਼ ਵਿੱਚ ਨੀਲਾ ਇਨਕਲਾਬ ਲੈ ਕੇ ਆਉਣਾ ਹੈ। ਤਾਂ ਹੀ ਅਸੀਂ ਆਪਣੇ ਰਹਿਬਰਾਂ ਦੀ ਸੋਚ ਨੂੰ, ਗੁਰੂਆਂ ਦੀ ਸੋਚ ਨੂੰ ਬਰਕਰਾਰ ਰੱਖ ਸਕਦੇ ਹਾਂ, ਆਪਣੇ ਆਪ ਨੂੰ ਸੁਰੱਖਿਅਤ ਰੱਖ ਸਕਦੇ ਹਾਂ। ਸੋ ਇੱਕ ਵਾਰੀ ਫੇਰ ਆਪ ਸਭ ਨੂੰ ਬਾਬਾ ਸਾਹਿਬ ਜੀ ਦੇ ਜਨਮ ਦਿਨ ਦੀਆਂ ਮੈਂ ਬਹੁਤ-ਬਹੁਤ ਵਧਾਈਆਂ ਦਿੰਦੀ ਹੋਈ ਜੈ ਭੀਮ, ਜੈ ਭਾਰਤ, ਜੈ ਸਾਹਿਬ ਕਾਂਸ਼ੀ ਰਾਮ ਜੀ, ਬਹੁਜਨ ਸਮਾਜ ਪਾਰਟੀ ਜਿੰਦਾਬਾਦ ਦੀ ਫਤਿਹ ਬੁਲਾਉਂਦੀ। ਜੈ ਭੀਮ, ਜੈ ਭਾਰਤ, ਜੈ ਗੁਰਦੇਵ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਵੱਲੋਂ ਆਪ ਸਭ ਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ। ਜਿਸ ਤਰ੍ਹਾਂ ਕਿ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਹੁਣਾਂ ਨੇ ਬਾਬਾ ਸਾਹਿਬ ਦੇ ਮਿਸ਼ਨ ਨੂੰ ਮੰਜ਼ਿਲੇ ਮਕਸੂਦ ਤੱਕ ਪਹੁੰਚਾਉਣ ਵਾਸਤੇ ਜੋ ਬੂਟਾ ਆਪਾਂ ਨੂੰ ਲਗਾ ਕੇ ਦਿੱਤਾ ਸੀ, ਮਹਾਂਪੁਰਸ਼ਾਂ ਦੇ ਮਿਸ਼ਨ ਨੂੰ ਮੰਜ਼ਿਲੇ ਮਕਸੂਦ ਤੱਕ ਪਹੁੰਚਾਉਣ ਲਈ ਉਹ ਬੂਟਾ ਬਹੁਜਨ ਸਮਾਜ ਪਾਰਟੀ, ਜਿਸ ਨੂੰ ਕਿ ਸਤਿਕਾਰਯੋਗ ਭੈਣ ਕੁਮਾਰੀ ਮਾਇਆਵਤੀ ਜੀ ਚਲਾ ਰਹੇ ਨੇ। ਜਿਸ ਤਰ੍ਹਾਂ ਕਿ ਆਪਾਂ ਸਾਰੇ ਇਸ ਮਿਸ਼ਨ ਵਿੱਚ ਆਪਣਾ ਯੋਗਦਾਨ ਪਾਉਂਦੇ ਆਏ ਹਾਂ, ਇਸੇ ਤਰ੍ਹਾਂ ਹੀ ਆਪਣਾ ਯੋਗਦਾਨ ਪਾਉਂਦੇ ਰਹੀਏ। ਇਹਨਾਂ ਸ਼ਬਦਾਂ ਨਾਲ ਮੈਂ ਆਪ ਸਭ ਤੋਂ ਰਜਾ ਲੈਂਦਾ ਜੀ। ਦੁਬਾਰਾ ਫਿਰ ਆਪ ਸਭ ਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ। ਜੈ ਭੀਮ, ਜੈ ਭਾਰਤ, ਜੈ ਗੁਰਦੇਵ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। मैं एकता अंबेडकर आप सब ਨੂੰ ਵਿਸ਼ਵ ਰਤਨ ਮਹਾਨ ਮਾਨਵ ਯੁੱਗ ਪੁਰਸ਼ ਕ੍ਰਾਂਤੀਕਾਰੀ ਰਹਿਬਰ ਡਾਕਟਰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ 130ਵੇਂ ਜਨਮ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਦਿੰਦੀ ਹਾਂ। ਅੰਬੇਡਕਰਿਜ਼ਮ ਕੀ ਹੈ, ਅੰਬੇਡਕਰਵਾਦ ਕੀ ਹੈ? ਅਗਰ ਅਸੀਂ ਇਸ ਗੱਲ ਨੂੰ ਇੱਕ ਲਾਈਨ ਦੇ ਵਿੱਚ ਸਮਝਣਾ ਹੋਵੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਗੈਰ ਬਰਾਬਰਤਾ ਸਮਾਨਤਾ ਦੀ ਵਿਵਸਥਾ ਨੂੰ ਖਤਮ ਕਰ ਸਮਾਨਤਾ, ਭਾਈਚਾਰਾ, ਨਿਆਂ ਅਤੇ ਬਰਾਬਰਤਾ ਦੀ ਵਿਵਸਥਾ ਨੂੰ ਕਾਇਮ ਕਰਨਾ ਹੀ ਅੰਬੇਡਕਰਵਾਦ ਹੈ। 14 ਅਪ੍ਰੈਲ 1956 ਨੂੰ ਡਾਕਟਰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਨੇ ਆਪਣੇ ਜਨਮ ਦਿਵਸ ਦੇ ਮੌਕੇ 'ਤੇ ਕਿਹਾ ਸੀ ਕਿ ਮੇਰੀ ਜੈ ਜੈਕਾਰ ਕਰਨ ਦੀ ਬਜਾਏ ਮੇਰੇ ਰਹਿੰਦੇ ਅਧੂਰੇ ਕੰਮਾਂ ਨੂੰ ਪੂਰਾ ਕਰਨ ਦੇ ਲਈ ਜੋ ਆਪਣੀ ਜਾਨ ਦੀ ਬਾਜ਼ੀ ਤੱਕ ਲਗਵਾ ਦਿਓ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਅਸੀਂ ਅੱਜ ਕੀ ਕਰ ਰਹੇ ਹਾਂ। ਅਸੀਂ ਬਾਬਾ ਸਾਹਿਬ ਜੀ ਦਾ ਜੋ ਮਿਸ਼ਨ ਸੀ ਉਸ ਨੂੰ ਤਾਂ ਅਸੀਂ ਬਹੁਤ ਪਿੱਛੇ ਛੱਡ ਦਿੱਤਾ, ਉਲਟਾ ਅਸੀਂ ਉਹਨਾਂ ਦੀ ਜੈ ਜੈਕਾਰ ਕਰਨ 'ਤੇ ਲੱਗੇ ਹੋਏ ਹਾਂ ਅਤੇ ਸਮਝਦੇ ਹਾਂ ਕਿ ਅਸੀਂ ਉਹਨਾਂ ਦਾ ਕੰਮ ਕਰ ਰਹੇ ਹਾਂ। ਇਹ ਗੱਲ ਬਿਲਕੁਲ ਗਲਤ ਹੈ। ਉਹਨਾਂ ਦਾ ਜਨਮ ਦਿਨ ਮਨਾਉਣਾ, ਉਹਨਾਂ ਦੀ ਜੈ ਜੈਕਾਰ ਕਰਨਾ, ਇਹ ਧਾਰਨਾ ਹੀ ਬਿਲਕੁਲ ਗਲਤ ਹੈ ਕਿ ਅਸੀਂ ਉਹਨਾਂ ਦਾ ਕੰਮ ਕਰ ਰਹੇ ਹਾਂ।
ਕਿਉਂਕਿ ਅਸੀਂ ਅੱਜ ਜੋ ਸਾਨੂੰ ਕੰਮ ਨਹੀਂ ਕਰਨੇ ਚਾਹੀਦੇ ਉਹ ਅਸੀਂ ਕਰ ਰਹੇ ਹਾਂ, ਜੋ ਸਾਨੂੰ ਕਰਨੇ ਚਾਹੀਦੇ ਆ ਉਹ ਅਸੀਂ ਕਰ ਨਹੀਂ ਰਹੇ। ਮੇਰੇ ਕਹਿਣ ਤੋਂ ਭਾਵ ਕਿ ਹਾਲੇ ਤੱਕ ਮਤਲਬ ਉਹਨਾਂ ਨੂੰ ਇਸ ਦੁਨੀਆ ਤੇ ਆਏ ਹੋਇਆਂ ਨੂੰ 130 ਸਾਲ ਹੋ ਗਏ, ਲੇਕਿਨ ਹਲੇ ਤੱਕ ਵੀ ਉਹਨਾਂ ਦਾ ਜੋ ਮਿਸ਼ਨ ਹੈ ਉਹ ਅਧੂਰਾ ਹੈ। ਮੇਰੇ ਕਹਿਣ ਤੋਂ ਭਾਵ ਕਿ ਜੋ ਖੁਆਇਸ਼ ਬਾਬਾ ਸਾਹਿਬ ਜੀ ਨੇ ਕੀਤੀ, ਭਾਵ ਭਾਰਤ ਦੇਸ਼ ਨੂੰ ਸਮਾਨਤਾ, ਸੁਤੰਤਰਤਾ ਅਤੇ ਨਿਆਂਪੂਰਵਕ ਦੇਸ਼ ਬਣਾਉਣ ਦੀ, ਉਸ ਰਾਸ਼ਟਰ ਦੀ, ਸਮਾਜ ਦੀ ਸਿਰਜਣਾ ਕਰਨ ਦੀ ਉਹਨਾਂ ਨੇ ਖੁਆਇਸ਼ ਕੀਤੀ, ਉਹ ਹਲੇ ਤੱਕ ਅਧੂਰਾ ਹੈ। ਸੋ ਆਓ ਮੈਂ ਇਹੀ ਬੇਨਤੀ ਕਰਦੀ ਹਾਂ ਕਿ ਅਸੀਂ ਸਿਰਫ ਉਹਨਾਂ ਦਾ ਜਨਮ ਦਿਨ ਨਾ ਮਨਾਈਏ, ਇਸ ਜਨਮ ਦਿਨ ਨੂੰ ਆਪਾਂ ਇੱਕ ਸੰਕਲਪ ਦਿਵਸ ਵਜੋਂ ਮਨਾਈਏ ਤੇ ਅਸੀਂ ਆਪਣੇ ਆਪ ਦੇ ਨਾਲੇ ਵਾਅਦਾ ਕਰੀਏ ਕਿ ਅਸੀਂ ਉਹਨਾਂ ਦੇ ਰਹਿੰਦੇ ਜੋ ਉਹਨਾਂ ਦਾ ਰਹਿੰਦਾ ਅਧੂਰਾ ਸੁਪਨਾ ਆ ਉਸ ਨੂੰ ਪੂਰਾ ਕਰਨ ਦੇ ਲਈ ਅਸੀਂ ਸੰਕਲਪ ਕਰੀਏ। ਇੰਨਾ ਹੀ ਕਹਿੰਦੀ ਹੋਈ ਆਪ ਸਾਰਿਆਂ ਨੂੰ ਇੱਕ ਵਾਰੀ ਫਿਰ ਤੋਂ ਬਾਬਾ ਸਾਹਿਬ ਅੰਬੇਡਕਰ ਜੀ ਦੇ ਜਨਮ ਦਿਵਸ ਦੀਆਂ ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਦੀ ਹਾਂ। ਜੈ ਭੀਮ, ਜੈ ਭਾਰਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 14 ਅਪ੍ਰੈਲ 2021 ਨੂੰ ਵਿਸ਼ਵ ਰਤਨ ਭਾਰਤੀ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ 131ਵਾਂ ਜਨਮ ਦਿਨ ਉਹਨਾਂ ਦੇ ਅਨੁਯਾਈ ਪੂਰੇ ਸੰਸਾਰ ਦੇ ਵਿੱਚ ਜਿੱਥੇ ਵੀ ਰਹਿੰਦੇ ਹਨ ਬੜੇ ਉਤਸ਼ਾਹ ਦੇ ਨਾਲ ਮਨਾ ਰਹੇ ਹਨ। ਸੋ ਉਹਨਾਂ ਨੇ ਆਪਣਾ ਪੂਰਾ ਜੀਵਨ ਭਾਰਤ ਦੇਸ਼ ਦੇ ਦਬੇ ਕੁਚਲੇ ਹੋਏ ਲੋਕਾਂ ਨੂੰ, ਜਿਨ੍ਹਾਂ ਦੇ ਇਨਸਾਨੀ ਜੀਵਨ ਦੇ ਸੁੱਖ ਸਹੂਲਤ ਤੋਂ ਵਾਂਝੇ ਰੱਖਿਆ ਗਿਆ ਸੀ, ਔਰ ਉਹਨਾਂ ਨੇ ਪੜ੍ਹ ਲਿਖ ਕੇ ਔਰ ਭਾਰਤ ਦੇ ਸਿਸਟਮ ਨੂੰ ਸਮਝ ਕੇ ਆਪਣਾ ਪੂਰਾ ਜੀਵਨ ਜਿਹੜਾ ਆ ਔਰ ਉਹਨਾਂ ਆਪਣੇ ਭਰਾਵਾਂ ਦੇ ਲਈ, ਆਪਣੇ ਪੁਰਖਿਆਂ ਦੇ ਜੀਵਨ ਨੂੰ ਸੁਧਾਰਨ ਦੇ ਲਈ ਜਿਹੜਾ ਉਹਨਾਂ ਨੇ ਲਾ ਦਿੱਤਾ। ਸੋ ਉਹਨਾਂ ਦੇ ਅਧੂਰੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਸਾਹਿਬ ਕਾਂਸ਼ੀ ਰਾਮ ਜੀ ਨੇ ਆਪਣਾ ਪੂਰਾ ਜੀਵਨ ਸਮਰਪਿਤ ਕਰਕੇ ਗਏ ਆ, ਔਰ ਉਹਨਾਂ ਦੇ ਅਧੂਰੇ ਰਹਿੰਦੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਅੱਜ ਬਹੁਜਨ ਸਮਾਜ ਦੇ ਜਿਹੜੇ ਪੜ੍ਹੇ ਲਿਖੇ ਲੋਕ ਹੈ ਔਰ ਬਾਬਾ ਸਾਹਿਬ ਦੇ ਮਿਸ਼ਨ ਨੂੰ ਸਮਰਪਿਤ ਲੋਕ ਹੈ, ਅੱਜ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਵੀ ਆਪਣਾ ਜਿਹੜਾ ਆ ਯੋਗਦਾਨ ਪਾ ਕੇ ਉਹਨਾਂ ਦੇ ਰਹਿੰਦੇ ਹੋਏ ਅਧੂਰੇ ਸੁਪਨੇ ਨੂੰ ਪੂਰਾ ਕਰਨ ਦੇ ਵਿੱਚ ਆਪਣਾ ਸਾਰਥਕ ਰੋਲ ਅਦਾ ਕਰੀਏ। ਜੈ ਭੀਮ, ਜੈ ਭਾਰਤ, ਸਤਪਾਲ ਸਹੂੰਗੜਾ। ਭਾਰਤੀ ਸੰਵਿਧਾਨ ਦੇ ਪ੍ਰਮੁੱਖ ਨਿਰਮਾਤਾ, ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ, ਭਾਰਤ ਰਤਨ, ਕਰੋੜਾਂ ਲੋਕਾਂ ਦੇ ਲਈ ਪ੍ਰੇਰਨਾ ਸਰੋਤ, ਨਾਰੀ ਜਾਤੀ ਦੇ ਮੁਕਤੀਦਾਤਾ, ਕ੍ਰਾਂਤੀਕਾਰੀ ਯੁੱਗ ਪੁਰਸ਼ ਡਾਕਟਰ BR ਅੰਬੇਦਕਰ ਜੀ ਨੂੰ 130ਵੇਂ ਜਨਮ ਦਿਹਾੜੇ ਦੀ ਬਹੁਤ-ਬਹੁਤ ਮੁਬਾਰਕਬਾਦ। ਸੋ ਜ਼ਰੂਰੀ ਹੈ ਐਸੇ ਯੁੱਗ ਪੁਰਸ਼ ਦੀ ਵਿਚਾਰਧਾਰਾ ਤੋਂ ਜਾਣੂ ਹੋਣਾ, ਜਿਸ ਨੇ ਸਾਡੇ ਲਈ ਬੇਸ਼ੁਮਾਰ ਸੰਘਰਸ਼ ਆਰੰਭਿਆ ਔਰ ਸਾਡੀ ਖੁਸ਼ੀ, ਖੁਸ਼ਹਾਲੀ ਅਤੇ ਚੇਤਨਾ ਦਾ ਆਧਾਰ ਬਣੇ ਹਨ। ਡਾਕਟਰ ਬਾਬਾ ਸਾਹਿਬ ਨੇ ਜੋ ਲਿਖਿਆ ਔਰ ਕਿਹਾ, ਮਾਨਵਤਾ ਦੇ ਆਧਾਰ ਤੇ ਲਿਖਿਆ ਔਰ ਕਿਹਾ ਹੈ, ਉਹਨਾਂ ਦੇ ਦਿੱਤੇ ਔਰ ਕੀਤੇ ਹੋਏ ਕੰਮ ਔਰ ਦਿੱਤੇ ਹੋਏ ਤਰਕ ਅੱਜ ਇੱਕ ਵਿਚਾਰਧਾਰਾ ਦੇ ਰੂਪ ਦੇ ਵਿੱਚ ਸਾਡੇ ਕੋਲ ਚਟਾਨ ਵਾਂਗ ਅਡੋਲ ਹਨ। ਐਸਾ ਪੜ੍ਹਿਆ ਲਿਖਿਆ ਵਿਦਵਾਨ ਭਾਰਤ ਦੇ ਵਿੱਚ ਮੁੜ ਕੇ ਪੈਦਾ ਨਹੀਂ ਹੋਇਆ। ਆਪਣੇ ਜੀਵਨ ਕਾਲ ਵਿੱਚ ਜੋ ਉਹਨਾਂ ਨੇ ਪੜ੍ਹਾਈ ਤੋਂ ਬਾਅਦ ਭਾਰਤੀ ਸਮਾਜਿਕ, ਆਰਥਿਕ ਤੇ ਰਾਜਨੀਤਿਕ ਢਾਂਚੇ ਨੂੰ ਸਮਝਿਆ ਔਰ ਸਮਝ ਕੇ ਆਪਣਾ ਸੰਘਰਸ਼ ਸ਼ੁਰੂ ਕੀਤਾ, ਤਾਂ ਉਹਨਾਂ ਨੇ ਦੇਖਿਆ ਇੱਕ ਬਹੁਤ ਵੱਡਾ ਵਰਗ, ਜਿਸ ਵਰਗ ਨੂੰ ਭਾਰਤ ਦੇ ਨਕਸ਼ੇ ਤੇ ਵੀ ਦਰਸਾਇਆ ਨਹੀਂ ਜਾਂਦਾ ਔਰ ਮੇਨ ਸਟ੍ਰੀਮ ਤੋਂ ਬਾਹਰ ਕੀਤਾ ਹੋਇਆ ਆ, ਉਹਦੇ ਲਈ ਸੰਘਰਸ਼ ਕੀਤਾ ਔਰ ਸੰਘਰਸ਼ ਹੀ ਨਹੀਂ ਕੀਤਾ, ਸਗੋਂ ਉਸਨੂੰ ਬਰਾਬਰਤਾ ਦਵਾ ਕੇ ਮੇਨ ਸਟ੍ਰੀਮ ਦੇ ਵਿੱਚ ਖੜਾ ਕੀਤਾ। ਸੋ ਉਸ ਤੋਂ ਵੀ ਬਾਅਦ ਵਿੱਚ ਸਹਿਬਾਨ ਨੇ ਜਦੋਂ ਭਾਰਤੀ ਨਾਰੀ, ਜਿਸ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ, ਉਸ ਦੇ ਲਈ ਸੰਘਰਸ਼ ਕੀਤਾ ਔਰ ਮਰਦਾਂ ਦੇ ਬਰਾਬਰ ਖੜਾ ਕੀਤਾ, ਜਿਸ ਦੀ ਬਦੌਲਤ ਅੱਜ ਭਾਰਤੀ ਨਾਰੀ ਸਫਲਤਾ ਦੀਆਂ ਉਚਾਈਆਂ ਛੂ ਰਹੀ ਹੈ। ਸੋ ਸਲੂਟ ਸਹਿਬਾਨ ਨੂੰ, ਉਹਨਾਂ ਦੀ ਸੋਚ ਨੂੰ। ਸੋ ਜਦੋਂ ਅਸੀਂ ਹੋਰ ਅੱਗੇ ਜਾਂਦੇ ਹਾਂ ਔਰ ਸਹਿਬਾਨ ਦੀ ਆਈਡੀਓਲੋਜੀ ਨੂੰ ਸਮਝਦੇ ਹਾਂ, ਫਿਰ ਸਾਨੂੰ ਪਤਾ ਲੱਗਦਾ ਕਿ ਭਾਰਤ ਦਾ ਜੋ ਢਾਂਚਾ ਹੈ ਉਹ ਕਿਸ ਤਰ੍ਹਾਂ ਕੰਮ ਕਰਦਾ ਹੈ, ਔਰ ਜੋ ਸਮਝ ਲੱਗਦੀ ਹੈ ਤਾਂ ਪਤਾ ਲੱਗਦਾ ਹੈ ਕਿ ਸਭ ਤੋਂ ਉੱਤੇ ਪਾਰਲੀਮੈਂਟ, ਜਿਸ ਵਿੱਚ ਕਾਨੂੰਨ ਬਣਦੇ ਹਨ, ਜਿਸ ਵਿੱਚ ਲੋਕਾਂ ਦੇ ਹੱਕਾਂ ਦੀ ਗੱਲ ਕੀਤੀ ਜਾਂਦੀ ਹੈ,
ਉਸ ਤੋਂ ਵੀ ਉੱਤੇ ਰਾਸ਼ਟਰਪਤੀ ਭਵਨ, ਜਿਹਦੇ ਵਿੱਚ ਕਾਨੂੰਨ ਬਣ ਕੇ ਤਿਆਰ ਹੁੰਦੇ ਹਨ ਤੇ ਲੋਕਾਂ ਤੱਕ ਪਹੁੰਚਦੇ ਹਨ, ਤੇ ਉਸ ਤੋਂ ਉੱਤੇ ਭਾਰਤੀ ਸੰਵਿਧਾਨ, ਤੇ ਉਸ ਤੋਂ ਵੀ ਉੱਤੇ ਭਾਰਤ ਦੀ ਸੰਵਿਧਾਨ ਨਿਰਮਾਤਾ ਡਾਕਟਰ BR ਅੰਬੇਡਕਰ ਜੀ, ਐਂਡ ਉਸ ਤੋਂ ਹੀ ਉੱਤੇ ਉਹਨਾਂ ਦੀ ਆਈਡੀਓਲੋਜੀ। ਪੜ੍ਹੋ, ਜੁੜੋ ਤੇ ਸੰਘਰਸ਼ ਕਰੋ। ਸੋ ਮੇਰੀ ਸਮੁੱਚੇ ਵਰਗ ਨੂੰ ਅੱਜ ਦੇ ਦਿਨ ਤੇ ਅਪੀਲ ਹੈ ਕਿ ਸਾਥੀਓ, ਸਹਿਬਾਨ ਦੀ ਆਈਡੀਓਲੋਜੀ ਨੂੰ ਸਮਝਦੇ ਹੋਏ ਅਸੀਂ ਉਹਨਾਂ ਦੀ ਆਈਡੀਓਲੋਜੀ ਨੂੰ ਘਰ ਘਰ ਪਹੁੰਚਾਈਏ ਔਰ ਗੁਲਾਮੀ ਦੀਆਂ ਜੰਜੀਰਾਂ ਨੂੰ ਲਾਹ ਪਰੇ ਸੁੱਟੀਏ। ਸੋ ਇੱਕ ਵੀਰ ਨੇ ਬਹੁਤ ਸੋਹਣਾ ਲਿਖਿਆ, ਜਿਸ ਵਿੱਚ ਬਾਬਾ ਸਾਹਿਬ ਆਪਣੇ ਸਮਾਜ ਨੂੰ ਅਪੀਲ ਕਰਦੇ ਹਨ ਕਿ ਮੈਂ ਜੋ ਕਸ਼ਟ ਤਸੀਹੇ ਝੱਲੇ ਨੇ, ਹੋਰ ਹੁੰਦਾ ਮਰ ਮੁੱਕ ਜਾਂਦਾ, ਮੇਰੀ ਜਾਨ ਤੇ ਹੋਏ ਹੱਲੇ ਨੇ, ਹੋਰ ਹੁੰਦਾ ਤਾਂ ਝੁਕ ਜਾਂਦਾ, ਮੇਰੇ ਅਰਮਾਨ ਹਜ਼ਾਰਾਂ ਨੇ ਪਰ ਸਾਰੇ ਹੀ ਹਨ ਲੋਕਾਂ ਲਈ, ਜੋ ਸੋਚਦਾ ਆਪਣੇ ਬਾਰੇ ਹੀ ਰੋਕਾਂ ਦਾ ਕਾਫਲਾ ਰੁਕ ਜਾਂਦਾ, ਮੈਂ ਜੋ ਕਸ਼ਟ ਤਸੀਹੇ ਝੱਲੇ ਨੇ, ਹੋਰ ਹੁੰਦਾ ਮਰ ਮੁੱਕ ਜਾਂਦਾ, ਹੋਰ ਹੁੰਦਾ ਮਰ ਮੁੱਕ ਜਾਂਦਾ। ਸੋ ਜੈ ਭੀਮ, ਜੈ ਭਾਰਤ। ਜੈ ਭੀਮ, ਜੈ ਭਾਰਤ। ਸਾਥੀਓ, ਅੱਜ ਭਾਰਤ ਰਤਨ ਬਾਬਾ ਸਾਹਿਬ ਡਾਕਟਰ BR ਅੰਬੇਡਕਰ ਜੀ ਦੇ ਜਨਮ ਦਿਨ ਤੇ 130ਵੇਂ ਜਨਮ ਦਿਨ ਤੇ ਮੈਂ ਪੂਰੀ ਲੋਕਾਈ ਨੂੰ, ਪੂਰੀ ਮਾਨਵਤਾ ਨੂੰ ਬਾਬਾ ਸਾਹਿਬ ਜੀ ਦੇ ਜਨਮ ਦਿਨ ਤੇ ਬਹੁਤ ਬਹੁਤ ਵਧਾਈਆਂ ਦਿੰਦਾ ਜੀ। ਸੋ ਬਾਬਾ ਸਾਹਿਬ ਜੀ ਦੇ ਕਹੇ ਹੋਏ, ਲਿਖੇ ਹੋਏ ਸੰਵਿਧਾਨ ਦੇ ਉੱਤੇ ਸਾਰਿਆਂ ਨੂੰ ਪਹਿਰਾ ਦੇਣਾ ਚਾਹੀਦਾ ਹੈ। ਉਹਨਾਂ ਦੀਆਂ ਜੋ ਉਹਨਾਂ ਨੇ ਸੰਵਿਧਾਨ ਦੇ ਵਿੱਚ ਹਰ ਇੱਕ ਨੂੰ ਬਰਾਬਰਤਾ ਦੇ ਅਧਿਕਾਰ ਦਿੱਤੇ, ਉਹਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਸੋ ਮੈਂ ਅੱਜ ਦੇ ਇਸ ਦਿਨ ਦੇ ਉੱਤੇ ਸਿਰਫ ਬਾਬਾ ਸਾਹਿਬ ਜੀ ਨੂੰ ਇੱਕ ਦੋ ਲਾਈਨਾਂ ਦੇ ਨਾਲ ਵਧਾਈ ਦੇਣੀ ਚਾਹੁੰਦਾ ਜੀ। ਕਰਕੇ ਪੜ੍ਹਾਈਆਂ ਕਰ ਲਈਆਂ ਨੇ ਤਰੱਕੀਆਂ, ਕਰਕੇ ਪੜ੍ਹਾਈਆਂ ਕਰ ਲਈਆਂ ਨੇ ਤਰੱਕੀਆਂ, ਹੁਣ ਨਹੀਂ ਉਹ ਆਸਾਂ ਕਿਸੇ ਉੱਤੇ ਰੱਖੀਆਂ, ਮਾਣਦੇ ਜੋ ਸੁੱਖ ਇਹ ਭੀਮ ਦੀਆਂ ਮਿਹਰਬਾਨੀਆਂ, ਭੁੱਲਿਓ ਨਾ ਭੀਮ ਰਾਓ ਦੀਆਂ ਕੁਰਬਾਨੀਆਂ, ਭੁੱਲਿਓ ਨਾ ਭੀਮ ਰਾਓ ਦੀਆਂ ਕੁਰਬਾਨੀਆਂ। ਡਰਨੇ ਡਰਾਉਣੇ ਵਾਲੀ ਗੱਲ ਅਸੀਂ ਛੱਡੀ ਆ, ਡਰਨੇ ਡਰਾਉਣੇ ਵਾਲੀ ਗੱਲ ਅਸਾਂ ਛੱਡੀ ਆ, ਨਹੀਂ ਕਰਨੀ ਗੁਲਾਮੀ ਹੁਣ ਇਹੋ ਗੱਲ ਦਿਲੋਂ ਕੱਢੀ ਆ, ਨਹੀਂ ਕਰਨੀ ਗੁਲਾਮੀ ਹੁਣ ਇਹੋ ਗੱਲ ਦਿਲੋਂ ਕੱਢੀ ਆ, ਹੱਕ ਆਪਣੇ ਲਈ ਲੜਾਂਗੇ ਚੱਕ ਦੇਣੀਆਂ ਪਰੇਸ਼ਾਨੀਆਂ, ਭੁੱਲਿਓ ਨਾ ਕਦੇ ਭੀਮ ਰਾਓ ਦੀਆਂ ਕੁਰਬਾਨੀਆਂ, ਭੁੱਲਿਓ ਨਾ ਕਦੇ ਭੀਮ ਰਾਓ ਦੀਆਂ ਕੁਰਬਾਨੀਆਂ। ਯਾਦ ਰੱਖਿਓ ਭੀਮ ਨੂੰ ਕਦੇ ਵੀ ਭੁਲਾਇਓ ਨਾ, ਯਾਦ ਰੱਖਿਓ ਭੀਮ ਨੂੰ ਕਦੇ ਵੀ ਭੁਲਾਇਓ ਨਾ, ਲੈ ਕੇ ਜੋ ਦਿੱਤੀ ਆਜ਼ਾਦੀ ਬੇ ਮਿੱਟੀ 'ਚ ਮਿਲਾਇਓ ਨਾ, ਯਾਦ ਰੱਖਿਓ ਭੀਮ ਨੂੰ ਕਦੇ ਵੀ ਭੁਲਾਇਓ ਨਾ। ਇੱਕ ਵਾਰੀ ਫਿਰ ਕਿਸ਼ਨ ਪਾਂਸਟਾ ਵੱਲੋਂ ਸਾਰੀ ਮਨੁੱਖਤਾ ਨੂੰ ਬਾਬਾ ਸਾਹਿਬ ਡਾਕਟਰ BR ਅੰਬੇਡਕਰ ਜੀ ਦੇ ਜਨਮ ਦਿਨ ਤੇ ਬਹੁਤ ਬਹੁਤ ਮੁਬਾਰਕਾਂ ਜੀ। ਜੈ ਭੀਮ, ਜੈ ਭਾਰਤ। ਹੋ ਭੀਮ ਰਾਓ ਜੀ ਹੁਣੀ, ਭੀਮ ਰਾਓ ਜੀ ਹੁਣੀ, ਲੱਖਾਂ ਤਨ ਤੇ ਸਹਿ ਕੇ ਦੁੱਖਾਂ ਨੂੰ, ਲੱਖਾਂ ਲੱਤ ਮਾਰ ਕੇ ਸੁੱਖਾਂ ਨੂੰ, ਲੱਖਾਂ ਫਲ ਲਾ ਕੇ ਸੁੱਕੇ ਰੁੱਖਾਂ ਨੂੰ, ਲੱਖਾਂ ਪਾਣੀ ਪਾ ਕੇ ਸੁੱਕੇ ਮੁੱਖਾਂ ਨੂੰ, ਲੱਖਾਂ ਪੜ੍ਹਾ ਕੇ ਇਸਤਰੀ ਕੁੱਖਾਂ ਨੂੰ, ਲੱਖਾਂ ਸਹਿ ਕੇ ਬਾਂਸੇ ਮਨੂ ਦੀਆਂ ਚੁੱਕਾਂ ਨੂੰ, ਲੱਖਾਂ ਮਲਕਪੁਰੀ ਸਹਿ ਕੇ ਚੁੱਪਾਂ ਨੂੰ, ਸਾਨੂੰ ਸਭ ਕੁਝ ਦੇ ਗਏ, ਸਾਡੇ ਸਭ ਝੋਲੀ ਪਾ ਗਏ, ਸਾਨੂੰ ਸਭ ਕੁਝ ਦੇ 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 ਗਏ। ਜੈ ਭੀਮ, ਜੈ ਭਾਰਤ।